ਸੰਬਤ ਸਾਹਾ ਲਿਖਿਆ। ਸੰਬਤ ਕਹਿੰਦੇ ਨੇ ਸਾਲ ਨੂੰ, ਸਮੇਂ ਨੂੰ। ਸਾਹਾ ਕਹਿੰਦੇ ਨੇ ਸਾਹੀ ਚਿੱਠੀ, ਜਿਹਦਾ ਮੈਂ ਜ਼ਿਕਰ ਵੀ ਕੀਤਾ ਸੀ। ਸੰਬਤ ਸਾਹਾ, ਸਾਹੇ ਇੱਕ ਚਿੱਠੀ ਲਿਖੀ ਜਾਂਦੀ ਜਿਹਦੇ ਵਿੱਚ ਡੇਟ ਲਿਖੀ ਹੁੰਦੀ ਹੈ, ਸਮਾਂ ਲਿਖਿਆ ਹੁੰਦਾ ਹੈ, ਡੇਟ ਔਰ ਸਮਾਂ ਲਿਖਿਆ ਜਾਂਦਾ ਹੈ। ਸਮਾਂ ਲਿਖਣ ਤੋਂ ਬਾਅਦ ਤਿਆਰੀ ਕੀਤੀ ਜਾਂਦੀ ਹੈ। ਜਦੋਂ ਸਾਹੇ ਚਿੱਠੀ ਆ ਜਾਏ ਉਦੋਂ ਪਹਿਲਾਂ ਹੀ ਵੈਸੇ ਤੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਜਿਹੜਾ ਧੀ ਜੰਮਦਾ ਉਹਨੂੰ ਫਿਕਰ ਪਹਿਲਾਂ ਹੁੰਦਾ। ਜਿਹੜਾ ਧੀ ਜੰਮਦਾ ਨਾ ਉਹਨੂੰ ਫਿਕਰ ਹੋ ਜਾਂਦਾ, ਕਾਹਦਾ, ਵੀ ਇਹਦਾ ਮੈਂ ਵਿਆਹ ਕਰਨਾ। ਪਰ ਬੜੇ ਐਸੇ ਪਿਓ ਨੇ, ਬੜੇ ਐਸੇ ਲੋਕ ਨੇ ਜਿਹੜੇ ਧੀਆਂ ਜੰਮਦੇ ਤੇ ਕਹਿਣ ਪਰ ਫਿਕਰ ਨਹੀਂ ਹੁੰਦਾ, ਕਿਉਂਕਿ ਐਬ ਵਿੱਚ ਡੁੱਬੇ ਕੋਈ ਲੋਕਾਂ ਨੂੰ ਕੋਈ ਫਿਕਰ ਨਹੀਂ। ਉਹਨਾਂ ਦੇ ਘਰ ਭਾਵੇਂ ਤਿੰਨ ਵੀ ਹੋਣ ਨਾ, ਤਾਂ ਵੀ ਉਹ ਨਸ਼ੇ 'ਚ ਚੂਰ ਰਹਿੰਦੇ ਆ, ਉਹਨੂੰ ਕੀ ਲੱਗੇ। ਪਰ ਨਹੀਂ, ਸੱਚ ਕਹਿ, ਧੀ ਵਾਲੇ ਨੂੰ ਵੱਡਾ ਫਿਕਰ ਹੁੰਦਾ ਹੈ। ਧੀਆਂ ਵਾਲਿਆਂ ਨੂੰ ਵੱਡਾ ਫਿਕਰ ਹੁੰਦਾ ਹੈ। ਉਹਦੇ ਜੰਮਣ ਤੋਂ ਬਾਅਦ ਉਹ ਜੋੜਨਾ ਸ਼ੁਰੂ ਕਰ ਦਿੰਦੇ। ਕਾਹਦੇ ਲਈ? ਉਹਦੇ ਵਿਆਹ ਵਾਸਤੇ। ਔਰ ਇਹ ਗੱਲ ਇਨ ਬਿਨ ਢੁਕੇਗੀ, ਕਿਉਂਕਿ ਅਸੀਂ ਵੀ ਇੱਥੇ ਸੰਸਾਰ ਦੀ ਧਰਤੀ ਤੇ ਆ ਪੇਕਾ ਘਰ ਹੈ ਸਾਡਾ। ਮਾਂ ਇੱਕ ਰੁਪਈਆ ਜੋੜ ਕੇ, ਕਿਉਂਕਿ ਮਾਂ ਹੀ ਘਰ ਨੂੰ ਚਲਾਉਂਦੀ ਹੈ, ਇਸਤਰੀ ਔਰਤ ਹੀ ਘਰ ਨੂੰ ਚਲਾਉਂਦੀ ਹੈ। ਬੰਦਾ ਤੇ ਕਮਾ ਕੇ ਉਹਦੀ ਤਲੀ ਤੇ ਧਰਦਾ। ਸਵਾਨੀ ਇਸਤਰੀ ਹੋਵੇ ਉਹ ਘਰ ਬਣਾ ਜਾਂਦੀ ਹੈ, ਮਾੜੀ ਇਸਤਰੀ ਹੋਵੇ ਉਹ ਘਰ ਬਰਬਾਦ ਕਰ ਦਿੰਦੀ। ਇਸ ਲਈ ਚੰਗੇ ਗੁਣ ਇਹ ਨਹੀਂ ਹੈ ਇਕੱਲਾ ਔਰਤਾਂ ਲਈ ਹੈ, ਮੇਲ ਔਰ ਫੀਮੇਲ ਸਾਡੇ ਦੋਵਾਂ ਲਈ ਹੈ, ਔਰਤ ਔਰ ਮਰਦ ਲਈ ਹੈ। ਇਹ ਜੋ ਨੁਕਤਾ, ਜੋ ਗੁਣ ਗੁਰੂ ਨਾਨਕ ਸਾਹਿਬ ਦੱਸ ਰਹੇ। ਕਿਉਂਕਿ ਇੱਥੇ ਗੱਲ ਹੀ ਸਾਡੀ ਚੱਲ ਰਹੀ ਸਾਰਿਆਂ ਦੀ, ਔਰ ਖਸਮ ਸਾਡਾ ਮਾਲਕ ਹੈ, ਗੁਰੂ ਗ੍ਰੰਥ ਅਕਾਲ ਪੁਰਖ ਕਰਤਾ, ਮਾਫ ਕਰਨਾ। ਅਸੀਂ ਉਹਦੀਆਂ ਇਸਤਰੀਆਂ ਹਾਂ, ਔਰ ਇਹ ਸਾਡਾ ਪੇਕਾ ਘਰ। ਔਰ ਉਦਾਹਰਨ ਉਸ ਬੱਚੀ ਦੀ ਲਈ ਹੈ ਜਿਹਨੇ ਵਿਆਹ ਕੇ ਆਪਣੇ ਸਹੁਰੇ ਕਰੀ ਜਾਣਾ। ਧੀ ਹੋਣ ਤੋਂ ਬਾਅਦ ਫਿਕਰ ਵੱਡਾ ਹੈ। ਕਾਹਦਾ? ਕਿ ਇਹਦੇ ਲਈ ਹੁਣ ਜੋੜਾ, ਇਹਦੇ ਲਈ ਜੋੜਾ, ਤੇ ਫਿਰ ਇੱਕ ਟਕਾ ਵੀ, ਇੱਕ ਰੁਪਈਆ ਵੀ ਜੋੜਦੀ ਹੈ ਮਾਂ। ਫਿਰ ਹਜੇ ਕੋਈ ਸਾਈ ਚਿੱਠੀ ਨਹੀਂ, ਹਜੇ ਕੋਈ ਇੱਦਾਂ ਦੀ ਗੱਲ ਨਹੀਂ, ਨਾ ਹੀ ਉਹ ਹਜੇ ਬਿਆਨ ਦੇ ਲਾਇਕ ਹੋਈ ਹੈ। ਪਰ ਮਾਂ ਪਹਿਲਾਂ ਹੀ ਉਹਦੇ ਲਈ ਤਿਆਰੀ ਸ਼ੁਰੂ ਕਰ ਦਿੰਦੀ ਹੈ, ਥੋੜੀ ਜਵਾਨ ਹੁੰਦੀ ਹੈ ਤਾਂ ਮਾਂ ਉਹਦੇ ਲਈ ਸੋਨੇ ਦੇ ਗਹਿਣੇ ਬਣਵਾ ਲੈਂਦੀ ਹੈ ਕਿ ਅੱਜ ਮੇਰੇ ਕੋਲ ਪੈਸਾ ਹੈ ਤੇ ਮੈਂ ਇਹਦੀ ਤਿਆਰੀ ਕਰਾਂ, ਇਹਦੇ ਦਾਜ ਦੀ, ਇਹਦੀ ਵਰੀ ਜਿਹੜੀ ਹੈ ਉਹ ਬਣਾਉਣ ਦੀ ਨਹੀਂ, ਮੈਂ ਇਹਦੀ ਤਿਆਰੀ ਕਰਾਂ, ਸ਼ੁਰੂ ਕਰ ਦਿੰਦੀ ਹੈ। ਇਹ ਸੱਚ, ਉਹ ਪਹਿਲਾਂ ਉਹਦੇ ਗਹਿਣੇ ਬਣਾਉਂਦੇ। ਗਹਿਣੇ ਵੀ ਅੱਜ ਵਕਤ, ਅੱਜ ਸਮਾਂ ਮੇਰੇ ਕੋਲ ਤੇ ਮੈਂ ਜੋੜ ਕੇ ਇਹਦੇ ਗਹਿਣੇ ਬਣਾਵਾਂ, ਤੂੰ ਮਸ਼ੱਲਾ ਸਾਰਾ ਕੁਝ। ਕਿਉਂਕਿ ਧੀਆਂ ਵਾਲਿਆਂ ਨੂੰ ਅਗਲਾ ਪਾ ਦਿੰਦਾ ਚਿੱਠੀਆਂ ਵੀ ਇੰਨੇ ਕੰਬਲ, ਇੰਨੀਆਂ ਚੈਨੀਆਂ, ਇੰਨੀਆਂ ਛਾਪਾਂ ਚਾਹੀਦੀਆਂ ਨੇ, ਤੇ ਦੇਣੀਆਂ ਪੈਂਦੀਆਂ। ਆਹ ਗੱਡੀ ਚਾਹੀਦੀ ਹੈ, ਆਹ ਕੁਛ ਚਾਹੀਦਾ, ਪਹਿਲਾਂ ਲਿਸਟਾਂ ਭੇਜ ਦਿੰਦੇ ਆ ਨਾ। ਬਹੁਤ ਘੱਟ ਲੋਕ ਨੇ, ਬਹੁਤ ਘੱਟ ਲੋਕ ਜਿਹੜੇ ਇਸ ਬਲਾਮਤ ਤੋਂ ਬਚ ਗਏ ਨੇ, ਪਰ ਬਹੁਤ ਵੱਧ ਲੋਕ ਨੇ ਜਿਹੜੇ ਇਸ ਬਲਾਮਤ ਵਿੱਚ ਫਸੇ ਹੋਏ ਨੇ, ਦਾਜ ਵਾਲੀ 'ਚ। ਔਰ ਫਿਰ ਤੰਗ ਪਰੇਸ਼ਾਨ ਵੀ ਕਰਦੇ। ਬੜੇ ਕੇਸ ਨੇ, ਤੁਸੀਂ ਰੋਜ਼ ਅਖਬਾਰਾਂ ਭਰੀਆਂ ਪਈਆਂ ਨੇ, ਸਾਰੇ ਨਿਊਜ਼ ਚੈਨਲਾਂ ਤੇ ਇੱਦਾਂ ਦੀਆਂ ਨਿਊਜ਼ਾਂ ਆਉਂਦੀਆਂ ਨੇ, ਚੱਲਦੀਆਂ ਨੇ ਵੀ ਫਲਾਣੇ ਨੂੰ ਤੰਗ ਕੀਤਾ ਗਿਆ, ਪੈਸੇ ਵੀ ਲੈ ਕੇ ਆ। ਤਿਆਰੀ ਕਰਦੀ ਹੈ ਮਾਂ ਕਿ ਇਹਦੇ ਗਹਿਣੇ ਬਣਾ ਲਵਾਂ, ਤੇ ਉਹਦੇ ਗਹਿਣੇ ਬਣਾਉਂਦੀ ਹੈ। ਫਿਰ ਕਹਿੰਦੇ
एक दूजे नूं वेख विखाइए तो बाद असी दिन मिथ लेने हैं, दिन मिथ लेने भी फलाना महीना फलाना साल मिथदे हैं ना। पहलां तो चलो काफ़ी टाइम पै जांदा हुंदा सी, कई कई साल लंघ जाते सी, रिश्ता कोई नहीं पहलां हुंदा सी, हुण नहीं। हुण ते अगला आंदा भी एक दिन वेखीए तो दूजे दिन ही विआह लियाईए। ये सिस्टम भी लड़की वाले अरेंजमेंट जिवें मर्जी करन, पर ये साडे च हो गया। बड़ा दुखांत है इन्हां चीज़ां च अज दे समय च। पहला नहीं सी, पहला खुला समा अगले नूं दिता जांदा सी धी वालियां नूं। सो इसलिए दिन मिथ्या जाता है भी फलाने साल नूं फलाने महीने च असी विआह पा देना, तुसी अपनी तैयारी कर लो। तैयारी ही कुड़ी वालियां नूं कहा जाता कर लो, तैयारी मुंडे वाले भी करते हैं, पर लड़की की तैयारी वध हुंदी है। ये तुसी याद रखियो, उन्हां दा खर्च वध हुंदा। क्यों? क्योंकि लड़के ने दाज नहीं देना हुंदा, लड़के वालियां ने गड्डी नहीं देनी हुंदी, लड़के वालियां ने गड्डी नहीं देनी, दाज नहीं देना, उहदे ते घर चल के आउणा है। इसलिए कह रहा जे तुसी पार्टी होर जिन्ने भी सिस्टम ने उन्होंने कढ़ के जे तुसी मिलांदे भी है ना, तां भी लड़की वालियां दा वध खर्चा। लड़के वालियां दिन मुकर्रर हो गया, दिन जिहड़ा मुकर्रर हो गया, महीना संबत साहा, संबत का मतलब साल, ओ वरा, ओ समा। साहा का मतलब साहे चिट्ठी विच लिख दिता गया, संबत साहा लिखिया गया पहला। तो हुण तैयारी जोरां शोरां ते भी तैयारी हो गई, तैयारी कर ली विआह दी। जदों साहे चिट्ठी आई फिर उदों ज़्यादा तैयारी है। उदों पहला दाज बनाया जाता, शायद तुहाडे च ते आ भी पहला अगले दाज भेज दिंदे आ, बाद च विआह के लिआउंदे आ, हैगा ना जी। मैनूं माफ़ करना, मैनूं लगदा भी इदां है भी पहला अगले दाज भेज दिंदे आ ते मुड़ के असीं विआह के लैके आउंदे आ। ये सिस्टम है साडे अंदर बन गया। हो सकता किते ना किते वो पुरानी सोच होवे भी जे पहला दाज भेजन ते चंगा है, नहीं तो फिर पता तो लग जाए की कुछ देणगे की कुछ नहीं, तो की फिर असीं रिश्ता तोड़ देवांगे। हुंदा ना, पहला भी होया, अज भी हुंदा। अगला विआउण जावे, अगला कहंदा गड्डी ते ना लियावे, अगला कहंदा चलो बरात वापस लै जाओ। ये बलामत साडे अंदर है और रहेगी जिन्ना तक असीं आप सुचेत नहीं होंगे। इसलिए लोग धीआं जम्मण तो डरते हैं, इसलिए लोग धीआं जम्मण तो डरते हैं। एक तो यह कारण है, एक ये आ कि साडे रिश्ते ही जमीनां नूं हुंदे ने, साडे रिश्ते ही नौकरियां नूं हुंदे ने, साडे रिश्ते ही रुतबिਆਂ ਨੂੰ ਹੁੰਦੇ। ਸਾਡੇ ਜਿਹੜੇ ਰਿਸ਼ਤੇ ਆ ਜ਼ਮੀਨਾਂ ਜਾਇਦਾਦਾਂ ਨੂੰ ਵੇਖ ਕੇ, ਨੌਕਰੀਆਂ ਨੂੰ ਵੇਖ ਕੇ ਹੁੰਦੇ ਨੇ, ਜਾਂ ਫਿਰ ਅੱਜ ਦਾ ਜੋ ਚੱਲ ਰਿਹਾ ਦੌਰ, ਅੱਜ ਦਾ ਦੌਰ ਇਹ ਆ ਵੀ ਮੁੰਡਾ ਬਾਹਰ ਗਿਆ ਹੋਵੇ ਤਾਂ ਰਿਸ਼ਤੇ ਹੁੰਦੇ ਨੇ। ਫਿਰ ਅਸੀਂ ਇੱਕ ਹੋਰ ਸਿਸਟਮ ਚਲਾ ਲਿਆ ਕਿ ਕੁੜੀਆਂ ਜ਼ਿਆਦਾ ਪੜ੍ਹਦੀਆਂ ਨੇ ਤੇ ਉਹਨਾਂ ਦੇ ਬੈਂਡ ਆਏ ਹੁੰਦੇ ਨੇ 7-7 8-8, ਅਸੀਂ ਤੁਹਾਡਾ ਮੁੰਡਾ ਵਿਆਹ ਕੇ ਬਾਹਰ ਲੈ ਜਾਾਂਗੇ। ਸੌਦੇਬਾਜ਼ੀਆਂ, ਜਿਹੜੀਆਂ ਸੌਦੇਬਾਜ਼ੀਆਂ ਕੀਤੀਆਂ ਜਾਂਦੀਆਂ, ਰਿਸ਼ਤੇ ਫਿਰ ਨੇਪਰੇ ਨਹੀਂ ਚੜ੍ਹਦੇ ਹੁੰਦੇ। ਆ ਪਿੱਛੇ ਜੀ ਤੁਹਾਨੂੰ ਪਤਾ ਹੀ ਹੈ ਵੀ ਕੈਨੇਡਾ ਦੀ ਉਹ ਜਿਹੜੀ ਕੁੜੀ ਸੀ, ਕਿੰਨਾ ਰੌਲਾ ਪਿਆ ਨਾ, ਉਹਨੇ ਮੁੰਡਾ ਨਹੀਂ ਬੁਲਾਇਆ, ਉਹ ਇੱਥੇ ਮਰ ਗਿਆ ਸੁਸਾਈਡ ਕਰਕੇ। ਇਨ ਕੇਸ ਇੱਕ ਨਹੀਂ, ਬੇਅੰਤ ਉਦੋਂ ਬਾਅਦ ਪੂਲਾਂ ਖੁੱਲੀਆਂ ਨਿਕਲੇ, ਕੇਸ ਨਿਕਲੇ। ਸੌਦੇਬਾਜ਼ੀਆਂ ਹੋ ਗਈਆਂ ਸਾਡੀਆਂ ਵੀ। 7-8 ਬੈਂਡ ਲਏ ਲੜਕੀ ਨੇ, ਤੁਸੀਂ ਪੈਸਾ ਲਾ ਦਿਓ, ਅਸੀਂ ਮੁੰਡਾ ਬਾਹਰ ਲੈ ਜਾ। ਵਿਆਹ ਵੀ ਕੀਤਾ ਚੰਗੇ ਪੈਲਸ 'ਚ, ਸਭ ਕੁਝ ਫੋਟੋਆਂ ਫਾਟੋਆਂ ਹੋ ਗਈਆਂ ਤੇ ਉਹ ਕੁੜੀ ਬਾਹਰ ਚਲੀ ਗਈ।
ਰਿਸ਼ਤਾ ਤੇ ਨਾ ਹੋਇਆ, ਉਹ ਰਿਸ਼ਤਾ ਤੇ ਨਾ ਹੋਇਆ, ਨਾ ਪਿਆਰ ਵਾਲਾ ਉਹ ਰਿਸ਼ਤਾ ਨਾ ਹੋਇਆ। ਮੁੜ ਕੇ ਅਗਲੀ ਨੇ ਬੁਲਾਇਆ ਨਹੀਂ। ਜਿਹਦਾ 20 ਲੱਖ 30 ਲੱਖ ਲੱਗਾ ਹੋਵੇਗਾ ਉਹ ਤੇ ਮਰੇਗਾ ਹੀ ਸਲਫਾਸ ਖਾ ਕੇ। ਕਿਉਂਕਿ ਰਿਸ਼ਤੇ ਸਾਡੇ ਇਹਨਾਂ ਚੀਜ਼ਾਂ ਨੂੰ, ਮੁੰਡਾ ਅਮਲੀ ਹੋਵੇ, ਨਸ਼ਈ ਹੋਵੇ, ਟੀਕੇ ਲਾਉਂਦਾ ਹੋਵੇ, ਪਰ ਬਾਹਰ ਗਿਆ ਹੋਵੇ, ਅਸੀਂ ਆਪਣੀ ਧੀ ਤੋਰ ਦਾਂਗੇ ਨਾਲ। ਕਿਉਂਕਿ ਰਿਸ਼ਤੇ ਸਾਡੇ ਜ਼ਮੀਨਾਂ ਜਾਇਦਾਦਾਂ, ਇਹਨਾਂ ਚੀਜ਼ਾਂ ਨੂੰ ਅਸੀਂ ਨਹੀਂ ਵੇਖਦੇ ਵੀ ਮੁੰਡਾ ਗੁਰਸਿੱਖ ਹੋਵੇ, ਬਾਣੀ ਨਾਲ ਜੁੜਿਆ ਹੋਵੇ, ਕਰਤਾਰ ਨਾਲ ਜੁੜਿਆ ਹੋਵੇ ਨਾ। ਅੱਜ ਦੀਆਂ ਬੱਚੀਆਂ ਆਪ ਕਹਿੰਦੀਆਂ ਵੀ ਮੋਨਾ ਕੋ ਨਾ ਆਉਣਾ ਚਾਹੀਦਾ। ਜਦੋਂ ਪੁੱਛਿਆ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ ਵੀ ਆਪਣੀ ਬੱਚੀ ਜਵਾਨ ਹੋ ਗਈ ਹੈ ਭਾਨੀ, ਤੇ ਇਹਦਾ ਹੁਣ ਰਿਸ਼ਤਾ ਕਰ ਦਈਏ, ਤੇ ਪੁੱਛਿਆ ਸੀ ਵੀ ਕਿੱਦਾਂ ਦਾ ਹੋਣਾ ਚਾਹੀਦਾ ਜਵਾਈ, ਤੇ ਕੋਲੋਂ ਦੀ ਭਾਈ ਜੇਠਾ ਲੰਘਿਆ ਜਾਂਦਾ ਸੀ ਤੇ ਹੱਥ ਕਰਕੇ ਕਿਹਾ ਜੇਠੇ ਵਰਗਾ ਹੋਣਾ ਚਾਹੀਦਾ। ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹਦੇ ਵਿੱਚ ਸਾਰੇ ਗੁਣ ਵੇਖੇ ਸਨ ਵੀ ਇਹ ਬਾਣੀ ਪੜ੍ਹਨ ਵਾਲਾ ਵੀ ਹੈ, ਇਹ ਸੇਵਾ ਕਰਨ ਵਾਲਾ ਵੀ। ਅਸੀਂ ਕਿੱਥੇ ਵੇਖਦੇ ਹਾਂ? ਅਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਪੁੱਛਦੇ ਹਾਂ ਮੁੰਡਾ ਕੁਛ ਨਾ, ਅਸੀਂ ਤੇ ਆਪ, ਸਾਡੀਆਂ ਬੱਚੀਆਂ ਆਪ ਕਹਿ ਦਿੰਦੀਆਂ ਮੋਨਾ ਘੋਨਾ ਹੋਣਾ ਚਾਹੀਦਾ, ਕਲੀਨ ਸ਼ੇਪ। ਕਿਉਂਕਿ ਦਾੜੀਆਂ ਨਾਲ ਅਸੀਂ ਬਾਬੇ ਜੂ ਲੱਗਦੇ ਹਾਂ ਨਾ, ਦਾੜੀਆਂ ਵਾਲੇ ਸਾਨੂੰ ਬਾਬੇ ਲੱਗਦੇ। ਇਹ ਸਾਡੇ ਇਹ ਨਹੀਂ ਆ ਵੀ ਮੈਂ ਦੋਹਾਂ ਦੇ ਕੱਸਾਂਗਾ, ਲੜਕਿਆਂ ਤੇ ਵੀ ਔਰ ਲੜਕੀਆਂ ਤੇ ਵੀ। ਕਿਉਂਕਿ ਹੁੰਦਾ ਹੈ ਸਕੂਲ ਤੋਂ ਬਾਅਦ ਕਾਲਜ, ਕਾਲਜ ਤੋਂ ਬਾਅਦ ਯੂਨੀਵਰਸਿਟੀ, ਤੇ ਮੈਂ ਯੂਨੀਵਰਸਿਟੀ ਤੱਕ ਪੜ੍ਹਿਆ, ਪਰ ਪਤਾ ਹੈ ਔਰ ਸਤਿਗੁਰੂ ਦੀ ਕਿਰਪਾ ਰਹੀ ਵੀ ਇਹਨਾਂ ਨੂੰ ਕਦੀ ਹੱਥ ਨਹੀਂ ਲਾਇਆ। ਮਿਲਦੇ ਨੇ ਸੰਗੀ ਸਾਥੀ ਵੀ ਆ ਕੀ ਤੂੰ ਬਾਬਾ ਬਣਿਆ, ਕਹਿੰਦੇ ਨੇ ਇਹ ਨਹੀਂ ਆ ਵੀ ਤੁਹਾਡੇ ਮੁੰਡੇ ਕਿਉਂ ਕਟਾਉਂਦੇ ਨੇ ਵਾਲ, ਕਿਉਂ ਕਲੀਨ ਸ਼ੇਪ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਕਹਿਣ ਵਾਲੇ ਉੱਥੇ ਬਹੁਤੇ ਹੁੰਦੇ ਨੇ ਵੀ ਤੂੰ ਵੀ ਸਾਡੇ ਵਰਗਾ ਬਣ ਆਵੇ, ਘੰਟਾ ਲਾਉਣਾ ਪੱਗ ਤੇ, ਅਸੀਂ 2 ਮਿੰਟਾਂ ਤਿਆਰ ਹੋ ਕੇ ਆ ਜਾਣੇ। ਜੇ ਤੁਸੀਂ ਉਹਨਾਂ 'ਚ ਸਪਿਰਟ ਇੰਨੀ ਕੁ ਭਰ ਦੋ, ਕਦੀ ਵੀ ਆਪਣੇ ਕੇਸ ਨਹੀਂ ਛੇੜਨਾ। ਕਿ ਸੋਹਣੇ ਨਹੀਂ ਲੱਗਦੇ, ਤਾਰਾਂ ਵਾਲਾ ਸਗੋਂ ਬੰਦਾ ਜ਼ਿਆਦਾ ਸੋਹਣਾ ਲੱਗਦਾ, ਤੇ ਲੱਖਾਂ 'ਚ ਇਕੱਲਾ ਹੀ ਪਹਿਚਾਣਿਆ ਜਾਂਦਾ। ਇਸ ਲਈ ਇਹ ਖੂਬਸੂਰਤੀ ਹੈ ਜਿਹਨੂੰ ਅਸੀਂ ਮਿਟਾ ਰਹੇ ਹਾਂ, ਖਤਮ ਕਰ ਰਹੇ ਹਾਂ। ਇਹ ਖੂਬਸੂਰਤੀ ਤੇ ਆ ਚਪੇੜ ਜੀ ਵਰਗਾ ਮੂੰਹ ਕੱਢਿਆ ਹੁੰਦਾ ਹੈ, ਤੇ ਉੱਦਾਂ ਦੀ ਸ਼ਤਰਮੁਰਗ ਬਣੇ ਹੁੰਦੇ ਜਿਵੇਂ ਦੇ ਟੀਵੀਆਂ 'ਚ ਵੇਖਦੇ, ਕਿਸੇ ਨੇ ਲਾਲ ਕਰਾਏ ਆ ਵਾਲ, ਕਿਸੇ ਨੇ ਹਰੇ ਕਰਾਏ ਆ, ਤੇ ਉਹ ਸਾਨੂੰ ਚੰਗੇ ਲੱਗਦੇ ਆ ਬਈ। ਸਾਡੀਆਂ ਬੱਚੀਆਂ ਨੂੰ ਉਹ ਚੰਗੇ ਲੱਗਦੇ ਆ, ਭਾਵੇਂ ਉਹ ਸਮੈਕ ਹੀ ਪੀਂਦਾ ਹੋਵੇ, ਪਰ ਬਾਹਰ ਗਿਆ ਹੋਵੇ ਅਸੀਂ ਰਿਸ਼ਤਾ ਕਰ ਦੇਵਾਂਗੇ। ਪਹਿਲਾਂ ਇੱਜ਼ਤ ਹੁੰਦੀ ਸੀ ਇੱਕ ਵੀ ਹਾਂ ਇਹ ਪਿੰਡ ਦੀ ਧੀ ਹੈ, ਕੁੜੀ ਆ, ਮਾਫ ਕਰਨਾ ਮੈਂ ਉਹਨੂੰ ਖੁੱਲ੍ਹ ਕੇ ਕਰਨ ਲੱਗਾ ਗੱਲ, ਹੈ ਨਾ। ਇੱਜ਼ਤ ਹੁੰਦੀ ਸੀ ਇੱਕ ਵੀ, ਬਾਹਰ ਦਾ ਬੰਦਾ ਕੋਈ ਵੇਖੇ ਵੀ ਅਗਲਾ ਉਹਨੂੰ ਫੜ ਕੇ 4 ਚਪੇੜਾ ਮਾਰਦਾ ਵੀ ਤੂੰ ਕੌਣ ਹੋਵੇਂ ਓਏ, ਸਾਡੀ ਧੀ ਪੈਣ ਵਾਲਾ, ਅੱਖ ਚੁੱਕਣ ਵਾਲਾ। ਪਰ ਅੱਜ ਦਾ ਦੌਰ ਇਹ ਆਪਣੀ ਪਿੰਡ 'ਚੋਂ ਅਗਲਾ ਕੱਢ ਕੇ ਲੈ ਜਾਂਦਾ ਹੈ ਨਾ। ਰਹਿ ਗਈ ਕੋਈ ਇੱਜ਼ਤ ਸਾਡੀ? ਨਹੀਂ ਹੈ, ਬਿਲਕੁਲ ਖਤਮ। ਸੱਚਾ ਸੀ, ਸੱਚ ਇਹ ਗੱਲ ਵੀ ਅਸੀਂ ਵੇਖਦੇ ਹੁੰਦੇ ਸੀ ਆਪਣੇ ਵੱਡੇ ਜਿਹੜੇ ਨਾ, ਉਹਨਾਂ ਕੋਲ ਬਹਿਣਾ ਖਲੋਣਾ, ਪਿੰਡ ਦੀ ਧੀ ਭੈਣ ਲੰਘਣਾ ਤੇ ਨੀਵੀਆਂ ਅੱਖਾਂ ਕਰ ਲੈਣੀਆਂ ਉਹਨਾਂ ਨੂੰ, ਤੇ ਸਿਕਾਣਾ ਵੀ, ਦੱਸਣਾ ਵੀ ਪਿੰਡ ਦੀ ਧੀ ਭੈਣ। ਪਰ ਅੱਜ ਜਦੋਂ ਆਪ ਹੀ ਅਸੀਂ ਇੱਦਾਂ ਦੇ ਹੋ ਗਏ ਆ, ਫਿਰ ਦੂਜਿਆਂ ਨੂੰ ਕੀ ਸਮਝਾਵਾਂ? ਜਦੋਂ ਆਪ ਹੀ ਸਾਡਾ ਸਿਸਟਮ ਇੱਦਾਂ ਦਾ ਹੋ ਗਿਆ, ਤੇ ਦੂਜਿਆਂ ਨੂੰ, ਛੋਟੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਅਸੀਂ ਕੀ ਸਮਝਾਵਾਂ? ਨਹੀਂ ਸਮਝਾਵਾਂ। ਅਗਲਾ ਨਹੀਂ ਵੇਖਦਾ ਵੀ ਪਿੰਡ ਦੀ ਆ ਜਾਂ ਨਾ, ਖਤਮ ਹੋ ਗਿਆ। ਪਹਿਲਾਂ ਭੈਣ ਭਰਾ ਜਾਣਦੇ ਸਨ, ਸੱਚ ਹੈ ਸਾਡੇ ਬਜ਼ੁਰਗ ਕਹਿੰਦੇ, ਦੱਸਦੇ ਵੀ ਇਕੱਠੇ ਕੁੜੀਆਂ ਮੁੰਡੇ ਖੇਡਦੇ ਸਨ। ਤੁਸੀਂ ਅੱਜ ਛੋਟੀ ਉਮਰ 5 ਸਾਲ ਦੀ ਉਮਰ ਬੱਚੇ ਦੀ ਹੋਵੇ,